ਸਤਿਕਾਰਯੋਗ ਸਾਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਥੀਓ, ਮੈਂ ਕਿਤੇ ਆਪਣੇ ਰਿਲੇਟਿਵ ਸੀਗੇ, ਉਹਨਾਂ ਦੀ ਡੈਥ ਹੋ ਗਈ ਸੀ, ਭੋਗ 'ਤੇ ਸੀਗਾ। ਇਸ ਲਈ ਸਾਥੀਓ, ਤੁਹਾਡੇ ਨਾਲ ਜਿਹੜੇ ਮੈਸੇਜ ਸੁਪਰ ਐਕਸ਼ਨ ਕਮੇਟੀ ਦੇ ਵਿੱਚ ਜਿਹੜੇ ਮੈਸੇਜ ਪੈ ਰਹੇ ਨੇ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ। ਬਹੁਤ ਸਾਰੇ ਮੈਸੇਜ ਜਿਹੜੇ ਸੀਗੇ ਸਾਰੇ ਮੇਰੇ ਕੋਲ ਚੈੱਕ ਵੀ ਨਹੀਂ ਹੋ ਪਾਏ। ਤਾਂ ਕੁਝ ਮੈਸੇਜ ਮੈਂ ਦੇਖਿਆ ਕਿ ਕੁਝ ਗੱਲਾਂ ਸੈਟਿੰਗ ਦੀਆਂ, ਕੁਝ ਕਿਵੇਂ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਹੋ ਰਹੀਆਂ ਨੇ। ਤਾਂ ਮੈਂ ਇੱਕ ਗੱਲ ਸਾਰੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਕਿ ਵੀ ਸਾਥੀਓ, ਵੀ ਥੋੜ੍ਹਾ ਜਿਹਾ ਸ਼ੁਰੂਆਤ ਤੋਂ ਦੇਖੋ। ਜੇਕਰ ਇੱਕ ਹੋ ਕੇ ਚੱਲੇ ਸੀ ਤਾਂ ਸਾਰਾ ਕੁਝ ਸਰਕਾਰ ਕੋਲੋਂ ਪ੍ਰਾਪਤ ਕੀਤਾ। ਜਦੋਂ ਇੱਕ ਦੂਸਰੇ ਤੋਂ ਹੁਣ ਐਂਡ ਸੀਗਾ, ਇੱਕ ਦੂਸਰੇ ਨੂੰ ਆਪੋ ਆਪ ਦੀ ਜਦੋਂ ਪੈ ਗਈ ਤਾਂ ਸਭ ਕੁਛ ਜਿਹੜਾ ਹੈ ਉਹ ਵਿਖਰ ਗਿਆ। ਕੋਈ ਕਿਸੇ ਦਾ ਸਤਿਕਾਰ ਜਾਂ ਇੱਜ਼ਤ ਮਾਣ ਵਾਲੀ ਆਪਾਂ ਕਹੀਏ ਵੀ, ਚਾਹੇ ਕੋਈ ਉਹ ਪ੍ਰਧਾਨ ਹੋਵੇ, ਚਾਹੇ ਕੋਈ ਟੈਂਕੀ ਟਾਵਰ, ਜੋ ਵੀ ਕੁਛ ਹੈਗਾ, ਸਾਰਿਆਂ ਨੇ ਪ੍ਰੋਟੈਸਟ ਕੀਤਾ ਵੀ ਕਿਸੇ ਦਾ ਕੋਈ ਇੱਜ਼ਤ ਮਾਣ ਸਹੀ ਤਰੀਕੇ ਨਾਲ ਕੀਤਾ ਜਾਂਦਾ ਹੋਵੇ। ਕੋਈ ਕਿਸੇ ਦਾ ਸਿਰਫ ਆਪ ਸੈਲਫਿਸ਼ ਹੋ ਕੇ, ਭਾਵੇਂ ਕਿਸੇ ਦੀ ਕੋਈ ਜਿੰਨੀ ਮਰਜ਼ੀ ਬਦਨਾਮੀ ਕੀਤੀ ਜਾਵੇ, ਘਰਾਂ ਦੇ ਵਿੱਚ ਜਾ ਕੇ ਉਹਨੂੰ ਬਦਨਾਮ ਕੀਤਾ ਜਾਵੇ, ਉਹਦੇ ਬਾਰੇ ਭਾਵੇਂ ਉਹਨੇ ਕਿੰਨਾ ਮਰਜ਼ੀ ਕੰਮ ਕੀਤਾ ਹੋਵੇ, ਪਰ ਉਹਦੀ ਬਦਨਾਮੀ ਜਿਹੜੀ ਹੈ ਉਹ ਹੋ ਰਹੀ ਹੈ। ਪਹਿਲਾਂ ਦੇਖੋ, ਚਾਹੇ ਉਹ ਅਸੀਂ ਇੰਨਾ ਕੰਮ ਕਰਿਆ ਅਤੇ 64 ਨੰਬਰ ਆਉਂਦਾ ਸੀਗਾ, ਚਲੋ ਭਰਤੀ ਸਟੱਕ ਡਾਊਨ ਹੋਈ ਹੈ, ਉਹਦੇ 'ਤੇ ਵੀ ਅਸੀਂ ਹੁਣ ਫਿਰ ਦੁਬਾਰਾ ਜਿਹੜਾ ਹੈ ਉਹ ਰਿਵਿਊ ਲਾ ਕੇ ਸਾਰਾ ਉਹ ਹੱਲ ਕਰਵਾਉਣਾ ਚਾਹੁੰਦੇ ਹਾਂ ਵੀ ਭਰਤੀ ਬਹਾਲ ਹੋਵੇ। 635 ਵਿੱਚ ਜਿਹੜੇ ਲੋ ਮੈਰਿਟ ਵਾਲੇ ਹੋਣਗੇ ਉਹਨਾਂ ਦਾ ਵੀ ਵਧੀਆ ਨੰਬਰ ਪੈ ਜਾਵੇ, ਪਰ ਕਿਸੇ ਪਾਸੋਂ ਨਹੀਂ ਛੱਡਿਆ ਜਾ ਰਿਹਾ। ਦੂਜੇ ਪਾਸੇ ਜੇਕਰ 6635 ਦੇ ਵਿੱਚ ਨੰਬਰ ਆ ਗਿਆ ਤਾਂ ਹੁਣ ਦੁਬਾਰਾ ਫਿਰ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਜਿਹੜਾ ਹੈ ਉਹ ਸਿਲੈਕਟ ਹੋ ਗਿਆ, ਬਸ ਉਹ ਦੂਜਿਆਂ ਦੀ ਕੋਈ ਉਹਨਾਂ ਨੂੰ ਲੋੜ ਨਹੀਂ ਗੀ, ਕੋਈ ਪ੍ਰੋਟੈਸਟ ਨਹੀਂ ਲਾ ਰਹੇ, ਕੋਈ ਕੁਛ ਨਹੀਂ ਹੋ ਰਿਹਾ। ਜਦੋਂ ਕਿ ਮੇਰੇ ਨਾਲ ਡਿਪਾਰਟਮੈਂਟ ਦੇ ਵਿੱਚ ਵੀ ਆਪਣੇ ਲੋ ਮੈਰਿਟ ਵਾਲੇ ਸਾਥੀ ਗਏ ਸੀਗੇ, ਉੱਥੇ ਵੀ ਇਹ ਗੱਲਬਾਤ ਹੋਈ ਸੀ ਕਿ 4-5 ਦਿਨ ਲੱਗਣਗੇ ਜਾਂ ਮਹੀਨਾ ਵੀ ਲੱਗ ਸਕਦਾ ਹੈ ਪੋਰਟਲ ਖੋਲ੍ਹਣ ਦੇ ਲਈ, ਕਿਉਂਕਿ ਜਿੰਨੀ ਦੇਰ ਤੱਕ 6635 ਜਿਹੜੀ ਉਹ ਪੂਰੀ ਨਹੀਂ ਹੁੰਦੀ। ਕਿਉਂਕਿ ਜਦੋਂ 6635 ਪੂਰੀ ਹੋਏਗੀ, ਉਸ ਬਿਹੇਵ 'ਤੇ ਜਿਹੜੀ ਉਹ ਭਰਤੀ ਆਊਗੀ, ਕੱਲ੍ਹ ਨੂੰ ਕੋਈ ਸਟੇ ਨਾ ਲੱਗੇ। ਜੇਕਰ ਇੱਦਾਂ ਨੋਟੀਫਿਕੇਸ਼ਨ ਆਉਂਦਾ ਹੈ, ਪੋਰਟਲ ਖੁੱਲ੍ਹਦਾ ਹੈ, ਤਾਂ ਕੱਲ੍ਹ ਨੂੰ ਫਿਰ ਸਟੇ ਲੱਗ ਜਾਊਗਾ। ਉੱਥੇ ਫਿਰ ਆਪਾਂ ਨੂੰ 20-20 ਲੱਖ ਵਾਲੇ ਜਿਹੜੇ ਉਹ ਐਡਵੋਕੇਟ ਕਰਨੇ ਪੈਣਗੇ। ਪਰ ਇਸ ਗੱਲ ਨੂੰ ਜਿਹੜਾ ਉਹ ਸਮਝਣਾ ਜ਼ਰੂਰੀ ਹੈ ਵੀ ਇਹ ਨਹੀਂ ਹੈਗਾ ਕਿ ਅਲੱਗ ਹੋ ਕੇ ਮੀਟਿੰਗਾਂ ਕਰਕੇ ਕਿਸੇ ਨੂੰ ਕੋਈ ਮੈਸੇਜ ਨਹੀਂ ਲੱਗਣਾ, ਯੂਨੀਅਨ ਨੂੰ ਪਤਾ ਹੀ ਹੈ ਹੀ ਨਹੀਂ, ਅਤੇ ਜਾ ਕੇ ਮੀਟਿੰਗ ਕਰ ਲੈਣੀ। ਇਹ ਕੋਈ ਗੱਲ ਥੋੜ੍ਹੀ ਹੈ। ਫਿਰ ਘਰਾਂ ਦੇ ਵਿੱਚ ਜਾ ਕੇ ਭੰਡਣਾ। ਹੁਣ ਦੇਖੋ, ਕੋਈ EWS ਵਾਲਾ ਜਿਹੜਾ ਮੁੱਦਾ ਹੈਗਾ ਸੀਗਾ, ਉਹਦੇ ਵਿੱਚ ਮੈਂ ਕਦੇ ਕੋਈ ਕਿਸੇ ਦੀ ਨਿੱਜੀ ਕੋਈ ਵੀ ਕੈਟਾਗਰੀ ਹੈਗੀ ਹੈ, ਮੈਂ ਉਸ ਨੂੰ ਰੋਕ ਨਹੀਂ ਸਕਦਾ। ਜੇਕਰ ਯੂਨੀਅਨ ਦੇ ਵਿੱਚ SC BC EWS ਜਨਰਲ ਸਾਰੀਆਂ ਕੈਟਾਗਰੀਆਂ ਨੇ ਤਾਂ ਉਹ ਇੱਕ ਯੂਨੀਅਨ ਹੈ। ਪਰ ਜੇਕਰ ਆਪਦੀ ਕੋਈ ਕੈਟਾਗਰੀ ਨੂੰ ਲੈ ਕੇ ਚੱਲੂਗਾ, ਉਹ ਭਾਈ ਉਹ ਆਪਦੇ ਸਿਰਫ ਨਿੱਜੀ ਆਪਦੇ ਸਵਾਰਥ ਦੇ ਵਾਸਤੇ ਉਹ ਆਦਤ ਲੈ ਕੇ ਚੱਲੇ, ਉਹਨੂੰ ਦੂਸਰੀਆਂ ਨਾਲ ਕੋਈ ਕੈਟਾਗਰੀ ਨਾਲ ਜਾਂ ਜੋੜਨ ਦੀ ਲੋੜ ਨਹੀਂ ਗੀ, ਜਾਂ ਉਹਨੂੰ ਯੂਨੀਅਨ ਨਾਲ ਜੋੜਨ ਦੀ ਲੋੜ ਨਹੀਂ। ਜਿਸ ਤਰੀਕੇ ਦੇ ਨਾਲ ਹੁਣ ਕੇਸ ਜਿਹੜਾ ਉਹ ਲੱਗਿਆ ਹੋਇਆ ਹੈ, ਚਾਹੇ ਉਹ EWS ਨੂੰ ਸਮਝੋ, ਚਾਹੇ ਉਹ ਡਬਲ ਰਜਿਸਟ੍ਰੇਸ਼ਨ ਨੂੰ ਸਮਝੋ, ਜੇਕਰ ਡਿਫੈਂਡ ਅੱਗੂ EWS ਕਰ ਰਿਹਾ ਹੈ, ਪਰ ਉਹਦੇ ਵਿੱਚ ਦੂਸਰੀਆਂ ਕੈਟਾਗਰੀ ਜਿਹੜੀਆਂ ਹੈਗੀਆਂ ਨੇ ਉਹ ਇਨਵੋਲਵ ਨਹੀਂ। ਮੰਨ ਲਓ EWS ਕਹਿ ਰਿਹਾ ਵੀ ਅਸੀਂ EWS ਵਾਲੇ ਅੱਗੂ ਡਿਫੈਂਡ ਕਰਨਾ ਹੈ, ਤਾਂ ਮੇਰੀ ਬੇਨਤੀ ਹੈ ਵੀ ਯੂਨੀਅਨ ਦਾ ਨਾਂ ਉਹਦੇ ਵਿੱਚ ਨਾ ਰੱਖਿਆ ਜਾਵੇ। ਹਰੇਕ ਨੂੰ ਹਰੇਕ ਆਪੋ ਆਪ ਦੀ ਕੈਟਾਗਰੀ ਜਿਹੜੀ ਹੈ ਉਹ ਪਿਆਰੀ ਹੈ, ਚਾਹੇ ਉਹ SC ਹੋਵੇ, ਚਾਹੇ ਉਹ BC ਹੋਵੇ, ਚਾਹੇ ਉਹ EWS ਵਾਲੀ ਹੋਵੇ, ਚਾਹੇ ਉਹ ਜਰਨਲ ਹੋਵੇ, ਕਿਉਂਕਿ ਹਰੇਕ ਨੂੰ ਨੌਕਰੀ ਦੀ ਜਿਹੜੀ ਹੈ ਉਹ ਜ਼ਰੂਰਤ ਹੈ। ਸੋ ਮੇਰੀ ਬੇਨਤੀ ਹੈ ਵੀ ਆਪਸ 'ਚ ਨਾ ਲੜੋ, ਇਕੱਠੇ ਹੋ ਕੇ ਚੱਲੋ ਅਤੇ ਕਿਤੇ ਤੁਸੀਂ ਕੋਈ ਹਾਸਲ ਕਰ ਲਓਗੇ। ਬਾਕੀ ਗੱਲ ਇਹ ਹੈਗੀ ਹੈ ਕਿ ਬਹੁਤ ਸਾਰੇ ਪਹਿਲਾਂ ਬੜੇ ਉੱਚ ਪੱਧਰੀ 'ਤੇ ਦੀਪਕ ਦੇ ਬਾਰ ਖਿਲਾਫ ਕਿ ਉਹਨਾਂ ਨੇ ਡਿਗਰੀਆਂ ਉਹ ਨੇ ਇਸ ਤਰ੍ਹਾਂ ਦਾ ਹੋ ਗਿਆ, ਆਹ ਵਾਲਾ ਇਹ ਕੁਛ ਹੋਊਗਾ, ਚੈਕਿੰਗ ਹੋਊਗੀ। ਪਰ ਇਹ ਕਰਾਓ, ਡਿਪਾਰਟਮੈਂਟ ਬੈਠਾ ਹੈ, IAS ਅਫਸਰ ਬੈਠੇ ਨੇ, ਚੈਕਿੰਗ ਕਰਾਓ, ਜੋ ਕੁਛ ਮਰਜ਼ੀ ਕਰਾਓ, ਠੀਕ ਹੈ। ਡਿਪਾਰਟਮੈਂਟ ਨੇ ਉੱਥੇ ਕੋਈ ਅਫਸਰ ਬੈਠੇ ਨੇ, ਉਹਨਾਂ ਨੇ ਕੋਈ ਸਸਪੈਂਡ ਥੋੜ੍ਹੀ ਹੋਣਾ ਹੈ ਵੀ ਉਹਨਾਂ ਨੇ ਕੋਈ ਜਾਲੀ ਡਿਗਰੀਆਂ ਸਕੈਨ ਕੀਤੀਆਂ ਹੋਈਆਂ ਡਿਗਰੀਆਂ ਵਾਲੇ ਬੰਦੇ ਜਿਹੜੇ ਉੱਥੇ ਰੱਖ ਲੈਣੇ। ਇਹ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਅਸੀਂ ਉੱਥੇ ਗੱਲਬਾਤ ਵੀ ਕੀਤੀ ਹੈ ਵੀ ਹਰੇਕ ਜਿਹੜੇ ਹੈਗਾ ਸਹੀ ਜਾਲੀ ਬੰਦਾ ਕੋਈ ਵੀ ਨਾ ਲੱਗੇ, ਸਹੀ ਬੰਦੇ ਲੱਗਣੇ ਚਾਹੀਦੇ ਨੇ। ਫਿਰ ਦੂਜੀ ਗੱਲ ਇਹ ਹੈਗੀ, ਉੱਥੇ IAS ਅਫਸਰ ਬੈਠੇ ਨੇ, ਉਹਨਾਂ ਨੇ ਕੋਈ ਜਾਲੀ ਡਿਗਰੀਆਂ ਵਾਲੇ ਬੰਦੇ ਨਹੀਂ ਰੱਖਣੇ। ਉਹਨਾਂ ਨੂੰ ਵੀ ਜੋਬ ਦੀ ਜ਼ਰੂਰਤ ਹੈ, ਜਿਨ੍ਹਾਂ ਨੇ ਟੈਸਟ ਜਿਹੜੇ ਉਹ ਕਲੀਅਰ ਕਰਕੇ ਜਿਹੜੇ ਉਹ ਜੋਬ ਦੇ ਵਿੱਚ ਆਏ ਨੇ, ਚਾਹੇ ਉਹ ਕੋਈ ਡਾਇਰੈਕਟਰ ਹੈ, DPI ਨੇ, ਜੋ ਕੋਈ DGSE ਹੈ, ਉਹ ਕੋਈ ਆਮ ਨਹੀਂ ਹੈਗੇ ਲੋਕ, ਉਹ ਅਫਸਰ ਨੇ। ਆਪਦੀ ਸੀਟ ਉਹਨਾਂ ਨੇ ਵੀ ਆਦੀ ਬਚਾਉਣੀ। ਉਹਨਾਂ ਨਾਲ ਜੇਕਰ ਆਪਾਂ ਕਹੀਏ ਨਾ ਵੀ ਆਪਾਂ ਡਿਪਾਰਟਮੈਂਟ ਨਾਲੋਂ ਅੱਗੇ ਹੋ ਕੇ ਅਤੇ ਆਪਾਂ ਕਹਿ ਦਈਏ ਵੀ ਇਨਕੁਆਇਰੀ ਹੋ ਜਾਏਗੀ, ਉਹ ਆਪਣੇ ਨਾਲੋਂ 5 ਗੁਣਾ ਅੱਗੇ ਜਿਹੜੇ ਇੰਨੇ ਇੰਟੈਲੀਜੈਂਟ ਹੈਗੇ ਨੇ, ਜਿਹੜੇ ਉੱਥੇ ਬੈਠੇ ਨੇ, ਜਿਹੜੇ ਡਿਪਾਰਟਮੈਂਟ ਕਦੋਂ ਦੀਆਂ ਭਰਤੀਆਂ ਕਰਦੇ ਪਏ ਨੇ, ਉਹਨਾਂ ਨੇ ਕੋਈ ਪਹਿਲੀ ETT ਵਾਲੀ 6635 ਭਰਤੀ ਪੂਰੀ ਨਹੀਂ ਕਰਨੀ।
ਬਹੁਤ ਸਾਰੀਆਂ ਪਹਿਲਾਂ ਵੀ ਉਹਨਾਂ ਨੇ ਭਰਤੀਆਂ ਕੀਤੀਆਂ ਹੋਈਆਂ ਨੇ। ਅਤੇ ਆਪਣੇ ਆਪ ਨੂੰ ਜ਼ਿਆਦਾ ਇੰਟੈਲੀਜੈਂਟ ਜਿਹੜਾ ਉਹ ਸਮਝਣਾ ਥੋੜ੍ਹਾ ਜਿਹਾ ਘੱਟ ਕਰ ਦਿਓ। ਭਰਤੀਆਂ ਨੂੰ ਕੰਪਲੀਟ ਕਰਵਾ ਲਓ। 994 ਦਾ ਨੋਟੀਫਿਕੇਸ਼ਨ ਵੀ ਆ ਜਾਊਗਾ। ਪਰ ਜੇਕਰ ਤੁਸੀਂ ਇਸ ਤਰ੍ਹਾਂ ਲੱਤਾਂ ਇੱਕ ਦੂਜੇ ਦੇ ਖਿੱਚਦੇ ਰਹੇ ਤਾਂ ਇਹ ਭਰਤੀਆਂ ਉੱਥੇ ਹੀ ਰੁਕ ਜਾਣਗੀਆਂ। ਜੇਕਰ 6635 ਭਰਤੀ ਕੰਪਲੀਟ ਨਾ ਹੋਈ ਤਾਂ ਇਹ ਸਮਝ ਲਓ ਪਹਿਲਾਂ ਵੀ 994 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੋਵੇਗਾ। ਇਹ ਤੁਸੀਂ ਹਿਸਾਬ ਲਾ ਲਓ 75 80 ਵਾਲੇ ਜਿਹੜੇ ਹੈਗੇ ਨੇ ਨਾ, 75 80 ਤੇ ਜਾ ਕੇ ਮੈਰਿਟ ਜਿਹੜੀ ਉਹ ਰੁਕੂਗੀ। ਚਾਹੇ ਉਹ BC ਵਾਲੀ ਹੈ, ਚਾਹੇ ਉਹ ਜਨਰਲ, ਇਸ ਤੋਂ ਥੱਲੇ ਨਹੀਂ ਆਉਂਦੀ। ਕਿਉਂਕਿ ਜਦੋਂ 20 25 ਹਜ਼ਾਰ ਕੈਂਡੀਡੇਟ ETT ਵਾਲਾ ਹੋਵੇਗਾ ਨਾ, ਫਿਰ ਆਪਾਂ ਇਹ ਅਨੁਮਾਨ ਨਹੀਂ ਲਾ ਸਕਦੇ ਵੀ ਆਪਣੀ ਮੈਰਿਟ ਜਿਹੜੀ ਉਹ ਲੋ ਆ ਜੂਗੀ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ, ਬਹੁਤ ਆਪਸ ਵਿੱਚ ਕੋਈ ਗਲਤ ਸ਼ਬਦਾਵਲੀ ਜਿਹੜੀ ਉਹ ਨਾ ਬੋਲੋ। ਰਲ ਮਿਲ ਕੇ ਇਕੱਠੇ ਹੋ ਕੇ ਚੱਲ ਪਓਗੇ ਤਾਂ ਭਰਤੀਆਂ ਬਚਾ ਲਓਗੇ, ਸਰਕਾਰ ਕੋਲ ਕੁਝ ਖੱਟ ਲਓਗੇ। ਨਹੀਂ ਤਾਂ ਦੇਖੋ ਅੱਗੇ 6 ਸਾਲ ਹੋ ਗਏ ਨੇ ਰੁਲਦਿਆਂ ਨੂੰ। ਜੇ ਕੋਰਟਾਂ ਦੇ ਵਿੱਚ ਸਟੇ ਲੱਗ ਗਿਆ ਤਾਂ ਫਿਰ ਅੱਗੇ ਹੋਰ ਰੁਲਦੇ ਰਹਾਂਗੇ। ਮੇਰੀ ਤਾਂ ਬੇਨਤੀ ਹੈ ਵੀ ਇਕੱਠੇ ਹੋ ਕੇ ਚੱਲ ਲਓ ਅਤੇ ਇੱਕ ਦੂਸਰੇ ਦਾ ਇੱਜ਼ਤ ਮਾਣ ਕਰ ਲਓ। ਇਹ ਨਾ ਹੋਵੇ ਕਿ ਕਦੇ ਕਿਸੇ ਨੂੰ ਕਿਸੇ ਇਸ਼ੂ 'ਤੇ, ਕਦੇ ਕਿਸੇ ਇਸ਼ੂ 'ਤੇ ਉਠਾ ਕੇ ਉਹਨੂੰ ਬਦਨਾਮ ਕੀਤਾ ਜਾਏ। ਇਹ ਗੱਲ ਗਲਤ ਹੈ। ਧੰਨਵਾਦ ਜੀ।